ਜਿਹੜਾ ਖੇਤੀਬਾੜੀ ਮੰਤਰੀ ਤੋਮਰ ਕਹਿੰਦਾ ਸੀ ਕਿ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ, ਉਹ 78 ਘੰਟਿਆਂ ਦੀ ਚਰਚਾ ਦੇ ਵਿੱਚ ਅਸੀਂ ਸਾਫ਼ ਕੀਤਾ ਕਿ ਸਾਰੇ ਦੇ ਸਾਰੇ ਕਾਨੂੰਨ ਕਾਲੇ ਕਿਵੇਂ ਆ। ਇਹ ਅਸੀਂ ਚੰਗੀ ਤਰ੍ਹਾਂ 78 ਘੰਟਿਆਂ ਦੀ ਚਰਚਾ ਦੇ ਵਿੱਚ ਸਾਫ਼ ਕਰ ਦਿੱਤਾ ਹੈ। ਇਕੱਲੀ ਸਰਕਾਰ ਨੂੰ ਨਹੀਂ, ਪੂਰੇ ਵਰਲਡ ਨੂੰ ਸਾਫ਼ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹਦੀ ਅਸਲ ਲੜਾਈ ਕੀ ਹੈ, ਉਹਦੀ ਜ਼ਮੀਨੀ ਹਕੀਕਤ ਕੀ ਹੈ। ਇਸ ਤੋਂ ਅਸੀਂ ਚੰਗੀ ਤਰ੍ਹਾਂ ਲੋਕਾਂ ਨੂੰ ਜਾਣੂ ਕਰਾਉਣ 'ਚ ਸਫਲ ਰਹੇ ਹਾਂ। ਪਹਿਲੀ ਗੱਲ ਤੁਸੀਂ ਦੇਖਿਆ ਹੋਣਾ, ਜਿਹੜਾ ਸਪੀਕਰ ਆ ਰੋ ਰਿਹਾ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਊਗਾ ਕਿ ਕੋਈ ਸਪੀਕਰ ਰੋਂਦਾ ਹੋਵੇ ਕਿ ਸੈਸ਼ਨ ਚੱਲ ਨਹੀਂ ਰਿਹਾ। ਕਿਵੇਂ ਬੀਜੇਪੀ ਨੂੰ ਹਰਾਉਣ ਦੇ ਲਈ, ਕਿਉਂਕਿ ਜਿੱਥੇ ਵੀ ਸੰਯੁਕਤ ਮੋਰਚਾ ਗਿਆ ਚਾਹੇ ਪੱਛਮੀ ਬੰਗਾਲ 'ਚ ਮੇਨ ਫੋਕਸ ਸੀ ਕਿ ਬੀਜੇਪੀ ਨਹੀਂ ਆਉਣੀ ਚਾਹੀਦੀ। ਹੁਣ ਇਹਨਾਂ ਚੋਣਾਂ ਦੇ ਵਿੱਚ ਕੀ ਪਲਾਨ ਹੈ? ਦੇਖੋ, ਜਿਵੇਂ ਬੀਜੇਪੀ ਨੂੰ ਪਹਿਲਾਂ ਹਰਾਇਆ ਅਸੀਂ ਇੱਕੋ ਹੀ ਨਾਅਰਾ ਦਿੱਤਾ, ਸਪੋਰਟ ਨਹੀਂ ਕਰਦੇ ਅਸੀਂ ਕਿਸੇ ਦੀ, ਇੱਕੋ ਹੀ ਨਾਅਰਾ ਦਿੰਦੇ ਹਾਂ ਕਿ ਬੀਜੇਪੀ ਨੂੰ ਹਰਾਓ। ਅਗਰ ਜੇ ਇਸੇ ਤਰ੍ਹਾਂ ਬੀਜੇਪੀ ਅੜੀ ਰਹੀ ਨਾ, ਹੰਕਾਰੀ ਰਵੱਈਆ ਇਹਨਾਂ ਨੇ ਨਾ ਛੱਡਿਆ, ਤਾਂ ਬੀਜੇਪੀ ਦਾ ਬਿਸਤਰਾ ਗੋਲ ਕਰਨ ਦੀ ਅਸੀਂ ਗਰੰਟੀ ਕਰਦੇ ਹਾਂ ਕਿ ਸਫਾਇਆ ਹੋਊਗਾ ਬੀਜੇਪੀ ਦਾ। ਜਿਵੇਂ ਕੁਝ ਕਾਂਗਰਸ ਦੇ ਲੀਡਰ ਹੈ, ਜਿਵੇਂ ਸਿੱਧੂ ਦੀ ਤਾਜਪੋਸ਼ੀ ਹੋਈ ਹੈ, ਉਸ ਦਿਨ ਉਹ ਨਹੀਂ ਗਏ, ਉਹ ਸਾਡੇ ਟਿਕਾਣੇ 'ਤੇ ਆ। ਅਗਰ ਕਿਤੇ ਸਾਡੇ ਨੋਟ ਹੋ ਗਏ ਨਾ, ਅਸੀਂ ਉਹਨਾਂ ਨੂੰ ਉਸ ਦਿਨ ਪੁੱਛਾਂਗੇ ਕਿ ਦੱਸੋ ਕਿਉਂ ਉਲੰਘਣਾ ਕੀਤੀ ਹੈ ਵਿਪ ਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਆਪਣੀ ਸੰਸਦ ਲਗਾਈ ਗਈ ਸੀ, ਸੰਸਦ ਦੇ ਬਰਾਬਰ ਉੱਥੇ ਕਿਸਾਨ ਆਪਣੇ ਮੁੱਦੇ ਉਠਾਉਂਦੇ ਸਨ, ਆਪਣੇ ਵਿੱਚੋਂ ਹੀ ਇੱਕ ਖੇਤੀਬਾੜੀ ਮੰਤਰੀ ਬਣਾਉਂਦੇ ਸਨ। ਤਾਂ ਉਸ ਸੰਸਦ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਰਹੀ, ਕੀ ਪ੍ਰਭਾਵ ਪਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਕਿਸ ਪਾਸੇ ਵੱਲ ਜਾਵੇਗਾ, ਗੱਲਬਾਤ ਕਰਦੇ ਹਾਂ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੀ ਨੇ। ਬੁਰਜਗਿੱਲ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ। ਬੁਰਜਗਿੱਲ ਸਾਹਿਬ, ਸੰਸਦ ਕਿਵੇਂ ਚੱਲੀ, ਪਹਿਲਾਂ ਸਾਨੂੰ ਸੰਸਦ ਬਾਰੇ ਜਾਣਕਾਰੀ ਦਿਓ, ਕਿਉਂਕਿ ਬਹੁਤੇ ਲੋਕ ਸੁਣਨਾ ਚਾਹੁੰਦੇ ਆ ਕਿ ਜਿਹੜੀ ਕਿਸਾਨਾਂ ਦੀ ਸੰਸਦ ਸੀ ਉਹ ਦੂਸਰੀ ਨਾਲੋਂ ਵੱਖਰੀ ਕਿਵੇਂ ਸੀ ਤੇ ਕਿੰਨੀ ਵਧੀਆ ਤਰੀਕੇ ਨਾਲ ਚਲਾਈ ਗਈ। ਦੇਖੋ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਕਿਸਾਨਾਂ ਦੇ ਮੁੱਦੇ ਤੇ ਪਾਰਲੀਮੈਂਟ ਦੇ ਪੈਰਲਰ ਸੰਸਦ ਚਲਾਈ ਹੋਵੇ ਤੇ ਉਹ ਸਫਲ ਰਹੀ ਹੋਵੇ। ਅਸੀਂ 12 ਬੈਠਕਾਂ ਕੀਤੀਆਂ ਉਹਦੀਆਂ, 78 ਘੰਟੇ ਅਸੀਂ ਚਰਚਾ ਕੀਤੀ ਆ ਉਹਦੇ ਵਿੱਚ। ਜਿਹੜਾ ਖੇਤੀਬਾੜੀ ਮੰਤਰੀ ਤੋਮਰ ਕਹਿੰਦਾ ਸੀ ਕਿ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ, ਉਹ 78 ਘੰਟਿਆਂ ਦੀ ਚਰਚਾ ਦੇ ਵਿੱਚ ਅਸੀਂ ਸਾਫ਼ ਕੀਤਾ ਕਿ ਸਾਰੇ ਦੇ ਸਾਰੇ ਕਾਨੂੰਨ ਕਾਲੇ ਕਿਵੇਂ ਆ। ਜਾਣੀ ਹਰ ਇੱਕ ਜਿਹੜਾ ਸੰਸਦ ਮੈਂਬਰ ਬੋਲਦਾ ਸੀ ਉਹ ਇਸ ਇਸ਼ੂ ਤੇ ਹੀ ਬੋਲਦਾ ਸੀ, ਹਾਂ, ਕਿ ਅਸਲ ਦੇ ਵਿੱਚ ਇਹ ਕਿਵੇਂ ਕਿਸਾਨ ਵਿਰੋਧੀ ਹੈ, ਕਿਵੇਂ ਲੋਕ ਵਿਰੋਧੀ ਹੈ, ਕਿਵੇਂ ਖੇਤੀ ਦਾ ਜਾੜਾ ਕਰਨਗੇ, ਕਿਵੇਂ ਸਾਡੀ ਰੋਜੀ ਰੋਟੀ ਖੋਹਣਗੇ, ਕਿਵੇਂ ਅਸੀਂ ਰੋਟੀ ਦੇ ਵੀ ਇੱਕ ਵਾਰ ਆ ਕੇ ਮੁਹਤਾਜ ਹੋ ਜਾਵਾਂਗੇ, ਅੰਡਾਨੀਆਂ ਅਬਾਨੀਆਂ ਦੇ ਰਹਿਮੋ ਕਰਮ ਤੇ ਹੋ ਜਾਵਾਂਗੇ। ਇਹ ਅਸੀਂ ਚੰਗੀ ਤਰ੍ਹਾਂ 78 ਘੰਟਿਆਂ ਦੀ ਚਰਚਾ ਦੇ ਵਿੱਚ ਸਾਫ਼ ਕਰ ਦਿੱਤਾ ਹੈ। ਇਕੱਲੀ ਸਰਕਾਰ ਨੂੰ ਨਹੀਂ, ਪੂਰੇ ਵਰਲਡ ਨੂੰ ਸਾਫ਼ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹਦੀ ਅਸਲ ਲੜਾਈ ਕੀ ਹੈ, ਉਹਦੀ ਜ਼ਮੀਨੀ ਹਕੀਕਤ ਕੀ ਹੈ। ਇਸ ਤੋਂ ਅਸੀਂ ਚੰਗੀ ਤਰ੍ਹਾਂ ਲੋਕਾਂ ਨੂੰ ਜਾਣੂ ਕਰਾਉਣ 'ਚ ਸਫਲ ਰਹੇ ਹਾਂ। ਪਹਿਲੀ ਗੱਲ। ਦੂਜੀ ਗੱਲ, ਅਸੀਂ ਇੱਕ ਵਿਪ ਜਾਰੀ ਕੀਤਾ ਸੀ ਕਿ ਜਿਹੜੇ ਐਂਟੀ ਬੀਜੇਪੀ MP ਹੈ ਉਹਨਾਂ ਨੂੰ ਇੱਕ ਚੇਤਾਵਨੀ ਪੱਤਰ ਦਿੱਤਾ ਸੀ ਅਸੀਂ ਕਿ ਅਗਰ ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਹਾਜ਼ਰ ਨਹੀਂ ਹੁੰਦੇ, ਜੇ ਤੁਸੀਂ ਵਾਕਆਊਟ ਕਰੋਗੇ ਤੇ ਜਾਂ ਉੱਥੇ ਨਹੀਂ ਜਾਵੋਗੇ, ਤਾਂ ਤੁਹਾਡਾ ਹਸਰ ਵੀ ਬੀਜੇਪੀ ਵਾਲਾ ਹੋਊਗਾ। ਉਹ ਇੰਨਾ ਉਹਨਾਂ ਤੇ ਪ੍ਰੈਸ਼ਰ ਪਿਆ ਸਾਡਾ ਕਿ ਅੱਜ ਤੱਕ ਸੰਸਦ ਚੱਲੀ ਨਹੀਂ ਹੈ, ਜਣੀ ਬਿਲਕੁਲ ਜਾਮ ਹੈ। ਤੁਸੀਂ ਦੇਖਿਆ ਹੋਣਾ, ਜਿਹੜਾ ਸਪੀਕਰ ਆ ਰੋ ਰਿਹਾ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਊਗਾ ਕਿ ਕੋਈ ਸਪੀਕਰ ਰੋਂਦਾ ਹੋਵੇ ਕਿ ਸੈਸ਼ਨ ਚੱਲ ਨਹੀਂ ਰਿਹਾ। ਬਹੁਤ ਵਧੀਆ ਮਤਲਬ ਉਹਦਾ ਅਸਰ ਹੋਇਆ। ਆਪਣਾ ਰੋਲ ਉਹ ਜਿਹੜੇ ਬੀਜੇਪੀ ਐਂਟੀ ਸੀਗੇ MP ਉਹਨਾਂ ਨੇ ਵੀ ਰੋਲ ਅਦਾ ਕੀਤਾ। ਜੇ ਕਿਸਾਨੀ ਮੁੱਦੇ ਦੀ ਗੂੰਜ ਅੱਜ ਪੈ ਰਹੀ ਆ ਪਾਰਲੀਮੈਂਟ ਦੇ ਵਿੱਚ, ਇੱਕੋ ਇੱਕ ਮੁੱਦਾ ਕਿਸਾਨੀ ਅੰਦੋਲਨ, ਤਿੰਨੇ ਕਾਲੇ ਕਾਨੂੰਨ ਤੇ ਚੌਥਾ MSP ਲਈ ਨਵਾਂ ਕਾਨੂੰਨ, ਇੱਕੋ ਇੱਕ ਮੁੱਦੇ ਤੇ ਗੂੰਜ ਪੈ ਰਹੀ ਹੈ ਤੇ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਹੈ। ਜਾਣੀ ਇੱਕ ਵੀ ਦਿਨ ਉਹਨਾਂ ਦਾ ਸੰਸਦ ਨਾ ਚੱਲਣਾ, ਇੱਥੇ ਇਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਅਖੀਰਲਾ ਦਿਨ ਜਿਹੜਾ ਸਾਡਾ ਸੀਗਾ, ਅਸੀਂ ਉਹ ਮੰਗ ਕੀਤੀ ਹੈ 9 ਅਗਸਤ ਨੂੰ ਕਿ ਕਾਰਪੋਰੇਟੋ ਖੇਤੀ ਛੱਡੋ ਤੇ ਮੋਦੀ ਤੁਸੀਂ ਕੁਰਸੀ ਛੱਡੋ। ਜਾਣੀ ਅਖਲਾਕੀ ਤੌਰ ਤੇ ਤੁਹਾਨੂੰ ਪ੍ਰਧਾਨ ਮੰਤਰੀ ਰਹਿਣ ਦਾ ਕੋਈ ਮਤਲਬ ਹੱਕ ਨਹੀਂ ਬਣਦਾ। ਹੁਣ ਆਪਣੇ ਆਪ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ। ਤੁਸੀਂ ਬੁਰੀ ਤਰ੍ਹਾਂ ਅਸਫਲ ਹੋਏ ਹੋ। ਦੇਖੋ, ਸਰਕਾਰ
ਲੋਕਾਂ ਦੀ ਮਾਂ ਹੁੰਦੀ ਹੈ ਤੇ ਲੋਕ ਬੱਚੇ ਹੁੰਦੇ ਨੇ। ਸਰਕਾਰ ਨੂੰ ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਇਸ ਢੰਗ ਨਾਲ ਆਪਣੇ ਬੱਚੇ ਨੂੰ ਦੁਸ਼ਮਣਾਂ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ। ਮਾਂ ਜਿਵੇਂ ਆਪਣੇ ਬੱਚੇ ਨੂੰ ਪਾਲਦੀ ਹੈ, ਬੱਚਾ ਰੁੱਸ ਵੀ ਜਾਂਦਾ ਹੈ, ਬੱਚਾ ਲੜ ਵੀ ਪੈਂਦਾ ਹੈ, ਫੇਰ ਵੀ ਤਾਂ ਮਾਂ ਹੀ ਝੁਕਦੀ ਹੈ। ਮਾਂ ਝੁਕ ਕੇ ਆਪਣੇ ਬੱਚੇ ਨੂੰ ਫੇਰ ਚੱਕ ਕੇ ਗੋਦੀ ਦੇ ਵਿੱਚ ਲੈ ਲੈਂਦੀ ਹੈ। ਉਹ ਰੋਲ ਨਹੀਂ ਅਦਾ ਕਰ ਰਹੀ ਮੋਦੀ ਸਰਕਾਰ। ਬਿਲਕੁਲ ਲੋਕਾਂ ਦੇ ਨਾਲ ਮਤਲਬ ਜਿਵੇਂ ਐਂਟੀ ਸਰਕਾਰ ਹੁੰਦੀ ਹੈ। ਲੋਕਾਂ ਨੇ ਚੁਣੀ ਆ, ਕਿਤੇ ਰੱਬ ਤੋਂ ਥੋੜ੍ਹਾ ਉਤਰੀ ਆ ਸਰਕਾਰ ਇਹ। ਲੋਕਾਂ ਨੇ ਵੋਟਾਂ ਦੁਆਰਾ ਚੁਣ ਕੇ ਇਹਨਾਂ ਨੂੰ ਮੰਤਰੀ ਬਣਾਇਆ, ਪ੍ਰਧਾਨ ਮੰਤਰੀ ਬਣਾਇਆ, ਤਾਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਅਗਰ ਲੋਕਾਂ ਦੀ ਗੱਲ ਸੁਣਨ 'ਚ ਤੁਸੀਂ ਨਾਕਾਮ ਰਹੇ ਹੋ ਤਾਂ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ। ਇਸ ਕਰਕੇ ਬਹੁਤ ਸਫਲ ਰਹੀ ਹੈ ਜਿਹੜੀ ਸਾਡੀ ਇਹ ਬਰਾਬਰ ਕਿਸਾਨ ਸੰਸਦ ਚੱਲਿਆ, ਪੂਰੀ ਤਰ੍ਹਾਂ ਇਹਨੇ ਸਫਲਤਾ ਹਾਸਲ ਕੀਤੀ ਹੈ। 2022 ਦੀਆਂ ਚੋਣਾਂ ਨੂੰ ਲੈ ਕੇ ਬੜੇ ਯੂਪੀ ਦੇ ਵਿੱਚ ਵੀ ਹੋਣੀਆਂ, ਪੰਜਾਬ ਦੇ ਵਿੱਚ ਹੋਰ ਰਾਜਾਂ ਦੇ ਵਿੱਚ ਕੀ ਪਲਾਨ ਹੈ ਸੰਯੁਕਤ ਮੋਰਚੇ ਦਾ? ਕੀ ਸੋਚਿਆ ਕਿਵੇਂ ਬੀਜੇਪੀ ਨੂੰ ਹਰਾਉਣ ਦੇ ਲਈ? ਕਿਉਂਕਿ ਜਿੱਥੇ ਵੀ ਸੰਯੁਕਤ ਮੋਰਚਾ ਗਿਆ, ਚਾਹੇ ਪੱਛਮੀ ਬੰਗਾਲ 'ਚ, ਮੇਨ ਫੋਕਸ ਸੀ ਕਿ ਬੀਜੇਪੀ ਨਹੀਂ ਆਉਣੀ ਚਾਹੀਦੀ। ਹੁਣ ਇਹਨਾਂ ਚੋਣਾਂ ਦੇ ਵਿੱਚ ਕੀ ਪਲਾਨ ਹੈ? ਦੇਖੋ, ਜਿਵੇਂ ਬੀਜੇਪੀ ਨੂੰ ਪਹਿਲਾਂ ਹਰਾਇਆ, ਅਸੀਂ ਇੱਕੋ ਹੀ ਨਾਅਰਾ ਦਿੱਤਾ, ਸਪੋਰਟ ਨਹੀਂ ਕਰਦੇ ਅਸੀਂ ਕਿਸੇ ਦੀ, ਇੱਕੋ ਹੀ ਨਾਅਰਾ ਦਿੰਦੇ ਆ ਕਿ ਬੀਜੇਪੀ ਨੂੰ ਹਰਾਓ। ਤੇ ਅਸੀਂ ਪੱਛਮੀ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ ਸਾਰੇ ਅਸੀਂ ਗਏ ਹਾਂ। ਬੁਰੀ ਤਰ੍ਹਾਂ ਉੱਥੇ ਇਹਨੂੰ ਮਤਲਬ ਮਾਂਜਾ ਲੱਗਿਆ, ਹਾਂ, ਫੇਲ ਹੋਈ ਆ ਉੱਥੇ ਬੁਰੀ ਤਰ੍ਹਾਂ। ਹੁਣ ਇੱਕੋ ਹੀ ਗੜ ਰਹਿ ਗਿਆ ਇਹਦਾ, ਯੂਪੀ। ਹੁਣ ਅਸੀਂ ਯੂਪੀ ਮਿਸ਼ਨ ਬਣਾਇਆ, ਉੱਤਰਾਖੰਡ ਮਿਸ਼ਨ ਬਣਾਇਆ, ਅਸੀਂ ਉਹਦੀ ਪੂਰੀ ਵਿਉਂਤਬੰਦੀ ਕਰ ਲਈ ਹੈ ਕਿ ਕਿਵੇਂ ਕਿਵੇਂ ਜਾਣਾ, ਕਿੱਥੇ ਜਾਣਾ। ਤੇ ਵੱਡੇ ਇਕੱਠ, ਘੱਟੋ ਘੱਟ 1 ਲੱਖ ਦੇ ਇਕੱਠ ਕਰਕੇ ਅਸੀਂ ਉਹਨਾਂ ਵੱਡੇ ਇਕੱਠਾਂ ਦੇ ਵਿੱਚ ਐਲਾਨ ਕਰਾਂਗੇ ਕਿ ਬੀਜੇਪੀ ਨੂੰ ਹਰਾਓ। ਤੇ ਉਸ ਤੋਂ ਬਾਅਦ ਉਹ ਤਾਂ ਪੱਛਮੀ ਬੰਗਾਲ ਤਾਂ ਸਾਨੂੰ 1400 ਕਿਲੋਮੀਟਰ ਪੈਂਦਾ ਸੀ, ਇਹ ਤਾਂ ਸਾਡੇ ਘਰ ਦੇ ਵਿੱਚ ਹੈ। ਬੇਸ਼ੱਕ ਯੂਪੀ ਹੈ, ਬੇਸ਼ੱਕ ਉੱਤਰਾਖੰਡ ਹੈ, ਹਰਿਆਣਾ, ਪੰਜਾਬ ਹੈ। ਬਿਲਕੁਲ ਅਗਰ ਜੇ ਇਸੇ ਤਰ੍ਹਾਂ ਬੀਜੇਪੀ ਅੜੀ ਰਹੀ ਨਾ, ਹੰਕਾਰੀ ਰਵੱਈਆ ਇਹਨਾਂ ਨੇ ਨਾ ਛੱਡਿਆ, ਤਾਂ ਬੀਜੇਪੀ ਦਾ ਬਿਸਤਰਾ ਗੋਲ ਕਰਨ ਦੀ ਅਸੀਂ ਗਰੰਟੀ ਕਰਦੇ ਹਾਂ ਕਿ ਸਫਾਇਆ ਹੋਊਗਾ ਬੀਜੇਪੀ ਦਾ। ਪਿੰਡਾਂ ਦੇ ਵਿੱਚ ਜੇ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਲਈਏ, ਜਿਵੇਂ ਲੀਡਰਾਂ ਨੂੰ ਘੇਰ ਲਿਆ ਜਾਂਦਾ ਹੈ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਅਕਾਲੀ ਦਲ ਦੇ, ਕਈ ਜਗ੍ਹਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਘੇਰਿਆ ਗਿਆ। ਬੀਜੇਪੀ ਨੂੰ ਤਾਂ ਜੇ ਅਸੀਂ ਕਹੀਏ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ। ਜਿਹੜੀਆਂ ਦੂਜੀਆਂ ਪਾਰਟੀਆਂ, ਜੇਕਰ ਉਹਨਾਂ ਪ੍ਰਤੀ ਸੰਯੁਕਤ ਮੋਰਚੇ ਨੇ ਕਿਹਾ ਸੀ ਕਿ ਉਹਨਾਂ ਨੂੰ ਨਾ ਘੇਰੋ, ਉਹਨਾਂ ਤੋਂ ਸਿਰਫ ਸਵਾਲ ਕਰ ਲਓ, ਕੀ ਸੁਨੇਹਾ ਹੈ ਹੁਣ ਵੀ? ਜਿਵੇਂ ਲੋਕ ਪਰ ਨਹੀਂ, ਲੋਕ ਘੇਰ ਰਹੇ ਆ, ਲੋਕਾਂ ਨੂੰ ਕੀ ਸੁਨੇਹਾ? ਦੇਖੋ, ਲੋਕ ਨਾ ਰਾਜਨੀਤਿਕ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਆ ਤੇ ਲੋਕ ਜਾਗਰੂਕ ਹੋ ਚੁੱਕੇ ਆ। ਬੇਸ਼ੱਕ ਸੰਯੁਕਤ ਮੋਰਚੇ ਨੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੂਸਰੀਆਂ ਬੀਜੇਪੀ ਦੇ ਐਂਟੀ, ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ ਰੌਲਾ ਪਾਉਣ ਦਾ ਹੀ ਫੈਸਲਾ ਕੀਤਾ ਸੀ, ਇਹੀ ਵਿਪ ਜਾਰੀ ਕੀਤਾ ਸੀ। ਤੇ ਪਿੰਡਾਂ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਸਵਾਲ ਜ਼ਰੂਰ ਕਰਨੇ ਆ, ਘੇਰਨੇ ਨਹੀਂ ਹੈ। ਉਹਨਾਂ ਨੂੰ ਪੁੱਛ ਕੇ ਮਤਲਬ ਸਵਾਲ ਕਰਨੇ ਆ। ਕਾਂਗਰਸ ਦੇ ਲੀਡਰ ਹੈ, ਉਹਨਾਂ ਨੂੰ ਪੁੱਛਣਾ ਕਿ ਤੁਸੀਂ ਵਾਅਦਾ ਕੀਤਾ ਸੀ ਕਰਜ਼ੇ ਮਾਫੀ ਦਾ, ਕਿਉਂ ਨਹੀਂ ਕਰਜ਼ਾ ਮਾਫ ਕੀਤਾ। ਜਿਹੜੇ ਆਪ ਵਾਲੇ ਆ ਉਹਨਾਂ ਨੂੰ ਸਵਾਲ ਕਰਨਾ ਕਿ ਘੱਟੋ ਘੱਟ ਦਿੱਲੀ ਤਾਂ ਬਹੁਤ ਛੋਟੀ ਜਿਹੀ ਸਟੇਟ ਆ ਨਾ, ਥੋੜ੍ਹੇ ਜਿਹੇ ਪਿੰਡ ਆਉਂਦੇ ਆ ਉਹਦੇ ਵਿੱਚ ਤਾਂ, ਤੇ ਘੱਟੋ ਘੱਟ ਉੱਥੇ ਤਾਂ ਕਰਜ਼ਾ ਮਾਫ ਕਰ ਦਿੰਦੇ ਤੁਸੀਂ। ਇਹ ਉਹਨਾਂ ਨੂੰ ਸਵਾਲ ਕਰਨੇ ਸੀ, ਪਰ ਲੋਕ ਦੁਖੀ ਇੰਨੇ ਹੋ ਚੁੱਕੇ ਇਹਨਾਂ ਤੋਂ, ਉਹ ਘੇਰ ਲੈਂਦੇ ਆ। ਫਿਰ ਵੀ ਇਹਨਾਂ ਦੇ ਬਾਵਜੂਦ ਅਸੀਂ ਫੈਸਲਾ ਕੀਤਾ ਸੀ ਕਿ ਜਿਹੜੇ ਲੀਡਰ, ਜਿਹੜੇ ਐਮਪੀ ਜਾ ਕੇ ਉੱਥੋਂ ਬਾਈਕਾਟ ਕਰਨਗੇ, ਉੱਥੇ ਜਾਣ ਹਾਜ਼ਰੀ ਨਹੀਂ ਭਰਨਗੇ, ਉਹਨਾਂ ਨੂੰ ਜ਼ਰੂਰ ਘੇਰਾਂਗੇ ਵੀ ਤੁਸੀਂ ਕਿਉਂ ਨਹੀਂ ਗਏ। ਜਿਵੇਂ ਕੁਛ ਕਾਂਗਰਸ ਦੇ ਲੀਡਰ ਹੈ, ਜਿਵੇਂ ਸਿੱਧੂ ਦੀ ਤਾਜ ਪੁੱਛੀ ਹੋਈ ਹੈ, ਉਸ ਦਿਨ ਉਹ ਨਹੀਂ ਗਏ, ਉਹ ਸਾਡੇ ਟਿਕਾਣੇ ਤੇ ਆ। ਅਗਰ ਕਿਤੇ ਸਾਡੇ ਨੋਟ ਹੋ ਗਏ ਨਾ, ਅਸੀਂ ਉਹਨਾਂ ਨੂੰ ਉਸ ਦਿਨ ਪੁੱਛਾਂਗੇ ਕਿ ਦੱਸੋ ਕਿਉਂ ਲੰਘਣਾ ਕੀਤੀ ਹੈ ਵਿਪ ਦੀ, ਕਿਉਂ ਨਹੀਂ ਗਏ ਤੁਸੀਂ ਉੱਥੇ। ਇਹ ਤਾਜ ਪੁੱਛੀ ਵੱਡੀ ਸੀ ਕਿ ਜਾ ਕੇ ਉੱਥੇ ਵਿਰੋਧ ਕਰਨਾ ਵੱਡਾ ਸੀ। ਅਜਿਹੇ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਆਉਣਗੇ। ਹਾਂ, ਬੀਜੇਪੀ ਕਿਸਾਨੀ ਅੰਦੋਲਨ ਨੂੰ ਜਾਣਬੁੱਝ ਕੇ ਅੱਖਾਂ ਪਰੋਖੇ ਕਰ ਰਹੀ ਹੈ, ਜਾਂ ਉਹ ਇਹ ਸ਼ੋਅ ਕਰਨਾ ਚਾਹੁੰਦੇ ਕਿ ਸਾਡੇ ਤੇ ਤਾਂ ਕੋਈ ਅਸਰ ਨਹੀਂ? ਦੇਖੋ, ਅਸਲ ਦੇ ਵਿੱਚ ਨਾ ਸਰਕਾਰ ਬੀਜੇਪੀ ਦੀ ਹੈ, ਸਟੀਅਰਿੰਗ ਮੋਦੀ ਦੇ ਹੱਥ ਦੇ ਵਿੱਚ ਹੈ, ਤੇ ਗੱਡੀ ਦੇ ਵਿੱਚ ਬੈਠਾ ਕੋਈ ਹੋਰ ਹੈ, ਉਹ ਅੰਡਾਨੀ ਅਬਾਨੀ ਹੈ। ਇਹ ਉਹਨਾਂ ਦਾ ਨੌਕਰ ਬਣ ਕੇ ਡਰਾਈਵਰੀ ਕਰ ਰਿਹਾ, ਇਹ ਤੋਂ ਸਿਵਾਏ ਕੁਛ ਨਹੀਂ ਹੈ। ਨਹੀਂ, ਇੰਨਾ ਚਿਰ ਨਹੀਂ ਸੀ ਲੱਗਣਾ ਇਹਨੂੰ ਝੁਕਣ ਨੂੰ। ਉਹ ਹੁਣ ਜੋ ਉਹਨਾਂ ਨਾਲ ਸਮਝੌਤੇ ਕਰੀ ਬੈਠਾ ਹੈ, ਛੋਟੀ ਗੱਲ ਨਹੀਂ ਹੈ ਇਹ। 1990 ਤੋਂ ਲੱਗੇ ਆ ਉਹਨਾਂ ਨਾਲ ਸਮਝੌਤੇ ਕਰਨ, ਉਹ ਸਮਝੌਤਿਆਂ ਨੂੰ ਸਿਰੇ ਚਾੜਿਆ ਹੋਣਾ ਕਿ ਇਹਨਾਂ ਨੇ। ਇਹ ਤਾਂ ਮੋਦੀ ਨੇ ਪਤਾ ਨਹੀਂ ਕਿਹੋ ਜਿਹੇ ਕਾਨੂੰਨ ਬਣਾਉਣੇ ਸੀ ਜੇ ਕਿਸਾਨ ਅੰਦੋਲਨ ਨਾ ਇਹਨੂੰ ਚੈਲੰਜ ਬਣਦਾ। ਨਹੀਂ ਤਾਂ ਇਹਨਾਂ ਨੇ ਮਾਨਾਹੀਆਂ ਕੀਤੀਆਂ, ਚਾਹੇ ਉਹ ਨੋਟਬੰਦੀ ਹੋਵੇ, ਚਾਹੇ ਉਹ ਧਾਰਾ 370 ਹੋਵੇ ਕਸ਼ਮੀਰ ਵਾਲੀ, ਚਾਹੇ ਉਹ ਮੁਸਲਮਾਨਾਂ ਦੇ ਭਾਈਚਾਰੇ ਦੇ ਵਿਰੋਧ ਦੇ ਵਿੱਚ ਕਾਨੂੰਨ ਲੈ ਕੇ ਆਂਦਾ ਹੋਵੇ, ਤੇ ਜਾਂ ਫਿਰ ਇਹ ਤਿੰਨੇ ਕਾਲੇ ਕਾਨੂੰਨ ਲੈ ਕੇ ਆਂਦੇ ਹੋਣ। ਇਹਦੇ ਨਾਲ ਇਹਨਾਂ ਨੂੰ ਕੋਈ ਚੈਲੰਜ ਨਹੀਂ ਬਣਿਆ, ਇਹ ਅੱਖਾਂ ਮੀਚ ਕੇ ਸਰਕਾਰ ਚਲਾ ਰਹੇ ਸੀ। ਅਗਰ ਇਹਨਾਂ ਨੂੰ ਚੈਲੰਜ ਬਣਿਆ, ਇਹਨਾਂ ਦੀ ਕੱਫਣ ਦਾ ਕਿੱਲ ਬਣਿਆ ਤਾਂ ਕਿਸਾਨ ਅੰਦੋਲਨ ਬਣਿਆ। ਇਹ ਕੱਫਣ ਦਾ ਕਿੱਲ ਬਣ ਕੇ ਰਹੂਗਾ ਇਹਨਾਂ ਦਾ। ਬੀਜੇਪੀ ਦੇ ਲੀਡਰ ਸਮੇਂ-ਸਮੇਂ ਤੇ ਕਿਸਾਨਾਂ ਦੀ ਕਦੇ ਕਿਸ ਸ਼ਬਦ ਨਾਲ, ਕਦੇ ਨਕਸਲਵਾਦੀ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਤੇ ਹੁਣ ਪਿੱਛੇ ਜੇ ਮੀਨਾਕਸ਼ੀ ਲੇਖੀ ਨੇ ਮਵਾਲੀ ਤੱਕ ਕਹਿ ਦਿੱਤਾ। ਮਵਾਲੀ ਹੁੰਦਾ ਹੈ ਘਟੀਆ ਕਿਸਮ ਦਾ ਬੰਦਾ, ਗੁੰਡਾ।
ਕਿਸਾਨਾਂ ਪ੍ਰਤੀ ਅਜਿਹੀ ਸ਼ਬਦਾਵਲੀ ਉਹਨਾਂ ਦੇ ਲੀਡਰਾਂ ਵੱਲੋਂ ਵਰਤੀ ਜਾਣੀ ਕਿਵੇਂ ਦੇਖਦੇ ਹੋ? ਦੇਖੋ ਪਹਿਲਾ ਗੱਲ ਤਾਂ ਨਾ ਇਹਨਾਂ ਨੂੰ ਬੀਜੇਪੀ ਪਾਰਟੀ ਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਮੀਟਿੰਗ ਕਰ ਲੈਣੀ ਚਾਹੀਦੀ ਹੈ ਕਿ ਇਹਨਾਂ ਨੂੰ ਕੀ ਕਹਿਣਾ, ਇੱਕੋ ਹੀ ਗੱਲ ਕਹਿ ਲੈਣ। ਹਾਂ, ਅੱਤਵਾਦੀ ਕਹਿ ਲਿਆ, ਖਾਲਸਤਾਨੀ ਕਹਿ ਲਿਆ, ਨਕਸਲੀਏ ਕਹਿ ਗਿਆ, ਗੁੰਡੇ ਕਹਿ ਗਏ, ਕੋਈ ਕਸਰ ਨਹੀਂ ਬਾਕੀ ਸਾਡੀ। ਇੱਕੋ ਹੀ ਮੈਂ ਸਵਾਲ ਕਰਦਾ ਹਾਂ ਕਿ ਜੇ ਅਸੀਂ ਨਕਸਲੀਏ ਆ, ਗੁੰਡੇ ਆ, ਅੱਤਵਾਦੀ ਆ, ਅਸੀਂ ਫਿਰ ਸਾਨੂੰ ਸਿਕਿਉਰਟ ਕਰਕੇ ਕਿਉਂ ਲੈ ਕੇ ਜਾਂਦੇ ਸੀ ਸਾਡੀ ਸੰਸਦ ਦੇ ਵਿੱਚ? ਇਹ ਫਿਰ ਗੁੰਡਿਆਂ ਦੀਆਂ ਸੰਸਦਾਂ ਚਲਾਉਂਦੇ ਆ ਜਾਂ ਤਾਂ ਫਿਰ ਜਿਵੇਂ ਆਪ ਗੁੰਡਾਗਰਦੀ ਕਰਦੇ ਆ ਪਾਰਲੀਮੈਂਟ ਦੇ ਵਿੱਚ, ਅਸੀਂ ਵੀ ਇਹਨਾਂ ਨੂੰ ਉਹਨਾਂ ਵਰਗੇ ਦੀਨੇ ਆ। ਪਰ ਹੁਣ ਸਵਾਲ ਇਹ ਖੜ ਗਿਆ ਨਾ ਕਿ ਵੀ ਜੇ ਗੁੰਡੇ ਆ, ਨਕਸਲੀ ਆ, ਅੱਤਵਾਦੀ ਆ, ਖਾਲਸਤਾਨੀ ਆ, ਫਿਰ ਸਕਾਊਟ ਕਰਕੇ ਬੱਸਾਂ ਦੇ ਮੂਹਰੇ ਲੱਗ ਕੇ ਤੇ ਪ੍ਰਾਹੁਣਿਆਂ ਵਾਂਗੂ ਲੈ ਕੇ ਕਿਉਂ ਗਏ ਉੱਥੇ ਪਾਰਲੀਮੈਂਟ ਦੇ ਵਿੱਚ? ਇਹ ਸਵਾਲ ਆ ਸਾਡਾ ਉਹਨਾਂ ਨੂੰ। ਅਸਲ ਦੇ ਵਿੱਚ ਕਿਸਾਨ ਹੈ, ਉਹ ਘਬਰਾਏ ਹੋਇਆ, ਘਬਰਾ ਕੇ ਇਹੋ ਜਿਹੀਆਂ ਗੱਲਾਂ ਕਰਦੇ ਆ। ਕਿਤੇ ਸਾਡੀ ਸਟੇਜ ਤੋਂ, ਸਾਡੇ ਬੁਲਾਰੇ ਤੋਂ ਇਹਨਾਂ ਪ੍ਰਤੀ ਗੈਰ ਪਾਰਲੀਮਾਨੀ ਭਾਸ਼ਾ ਵਰਤੀ ਗਈ। ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੜ੍ਹੇ ਲਿਖੇ ਆ, ਅਸੀਂ ਤਜਰਬੇਕਾਰ ਆ, ਅਸੀਂ MP ਆ, ਅਸੀਂ ਵਜ਼ੀਰ ਆ, ਮੰਤਰੀ ਆ, ਤੇ ਉਹਨਾਂ ਦੀ ਭਾਸ਼ਾ ਦੇਖੋ। ਆਮ ਲੋਕ ਵੀ ਨਹੀਂ ਅਜਿਹੀ ਭਾਸ਼ਾ ਬੋਲਦੇ। ਹਾਂ, ਉਹਦੀ ਰੱਜ ਕੇ ਨਿੰਦਾ ਕਰਦੇ ਆ ਅਸੀਂ ਅਜਿਹੀ ਭਾਸ਼ਾ ਦੀ। ਦਿੱਲੀ ਵਿਖੇ ਚੱਲ ਰਹੇ ਮੋਰਚੇ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਤੇ ਸਰਕਾਰ ਨੂੰ ਕੀ ਚੇਤਾਵਨੀ ਦੇਣੀ ਚਾਹੋਗੇ? ਦੇਖੋ, ਸਰਕਾਰ ਨੂੰ ਤਾਂ ਚੇਤਾਵਨੀ ਸਾਡੀ ਦਿੱਤੀ ਹੋਈ ਹੈ ਕਿ ਜਾਂ ਤਾਂ ਤਿੰਨੇ ਕਾਨੂੰਨ ਰੱਦ ਹੋਣਗੇ, ਨਵਾਂ MSP ਦਾ ਕਾਨੂੰਨ ਬਣੂਗਾ, ਤੇ ਜਾਂ BJP ਦਾ ਬਿਸਤਰਾ ਗੋਲ ਹੋਊਗਾ, ਅਗਲੀ ਸਰਕਾਰ ਤੋਂ ਅਸੀਂ ਕਰਾ ਲਾਂਗੇ। ਸਰਕਾਰ ਨੂੰ ਤਾਂ ਸਾਡੀ ਚੇਤਾਵਨੀ ਇਹ ਹੈ। ਲੋਕਾਂ ਨੂੰ ਸਾਡੀ ਅਪੀਲ ਹੈ ਕਿ ਹੁਣ ਝੋਨੇ ਸੰਭਲ ਚੁੱਕੇ ਆ, ਵਿਹਲੇ ਹੋ ਚੁੱਕੇ ਹੋ। ਜਿਵੇਂ ਸਿਆਲ ਦੇ ਵਿੱਚ ਮਤਲਬ ਉੱਥੇ ਇਕੱਠ ਸੀ, ਓਡੇ ਵੱਡੇ ਇਕੱਠ ਕਰੀਏ। ਗਰੰਟੀ ਕਰਦੇ ਆ ਕਿ ਮੋਦੀ ਸਰਕਾਰ ਨੂੰ ਝੁਕਣਾ ਪਊਗਾ, ਕਿਸਾਨ ਅੰਦੋਲਨ ਜਿੱਤ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੀ, ਜਿਨ੍ਹਾਂ ਦੱਸਿਆ ਕਿ ਜਿਹੜੀ ਸੰਸਦ ਕਿਸਾਨਾਂ ਦੀ ਚੱਲੀ ਆ ਉਹਦਾ ਕਿਸ ਤਰੀਕੇ ਦੇ ਨਾਲ ਪ੍ਰਭਾਵ ਰਿਹਾ। ਵੱਡੇ ਵਿਰੋਧੀ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਵੀ ਕਿਸਾਨਾਂ ਦੇ ਸਵਾਲ ਚੱਕਣੇ ਪਏ ਤੇ ਸੰਸਦ ਨੂੰ ਚੱਲਣ ਨਹੀਂ ਦਿੱਤਾ ਗਿਆ। ਨਾਲ ਹੀ ਉਹਨਾਂ ਕਿਹਾ ਕਿ ਜਿਹੜੀ BJP ਭਾਸ਼ਾ ਵਰਤ ਰਹੀ ਹੈ ਉਹ ਮੰਦਭਾਗੀ ਹੈ। ਕਿਸਾਨ ਆਗੂਆਂ ਵੱਲੋਂ ਕਦੇ ਵੀ ਕਿਸੇ ਪ੍ਰਤੀ ਵੀ ਅਜਿਹੀ ਭਾਸ਼ਾ ਨਹੀਂ ਵਰਤੀ ਗਈ ਜਿਹੜੀ ਸੱਭਿਅਕ ਨਾ ਹੋਵੇ। ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਦਿੱਲੀ ਵਿਖੇ ਪਹੁੰਚਣਾ ਚਾਹੀਦਾ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਜਿਵੇਂ ਸਰਦੀਆਂ ਦੇ ਵਿੱਚ ਮਜ਼ਬੂਤ ਸੀ ਉਸੇ ਤਰੀਕੇ ਦੇ ਨਾਲ ਹੋਰ ਮਜ਼ਬੂਤੀ ਨਾਲ ਚਲਾਇਆ ਜਾਵੇ। ਕੈਮਰਾ ਪਰਸਨ ਹਿਮਤਾਜ ਢਿੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ TV।